नानक के प्रभ साथ ज्ञान ध्यान किश कर्म न जाना, सार न जाना तेरे। सब ते वड्डा सतगुरु नानक, जिन कल राखी मेरी। ज्ञान ध्यान किश कर्म न जाना, नाहन निर्मल करणी। साध संगत कै अंचल लाभ, बिखम नदी जाए तरणी। काम क्रोध लोभ झूठ निंदा, इनते आप छुड़ावह। ए भीतर ते इनको डारह, आपन निकट बुलावह। अपने वेद आप जनावह। धन धन महापुरख बाबा सिलवरा साहिब जी, बाबा डोगर महाबली जी, जिन्हां दे पवित्र स्थानां ते सन्मानयोग गुरु की साध संगत, जो सतगुरु जी ਅੰਮ੍ਰਿਤ ਵੇਲੇ ਪਵਿੱਤਰ ਗੁਰਬਾਣੀ ਦੀ ਵਿਚਾਰ ਦੀ ਬਖਸ਼ਿਸ਼ ਕਰਦੇ ਹਨ। ਆਓ ਇਸ ਤੋਂ ਲਾਹਾ ਲੈਣ ਵਾਸਤੇ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ, ਕਿ ਪਵਿੱਤਰ ਗੁਰਬਾਣੀ ਨਾਲ ਸਾਂਝ ਬਣ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਰਹਿਮਤ ਦੁਆਰਾ ਚੱਲ ਰਹੀ ਲਗਾਤਾਰ ਵਿਚਾਰ ਅਨੁਸਾਰ ਅੱਜ ਦਾ ਜੋ ਫਰਮਾਨ ਆਰੰਭ ਹੈ, ਪੰਨਾ 1052, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਾਰੂ ਸੋਲ੍ਹੇ ਤੀਜਾ, ਜੋ ਕਿ ਮਾਰੂ ਰਾਗ ਦੇ ਵਿੱਚ ਸੋਲਿਆਂ ਦੀ ਬਾਣੀ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਦੇ ਹਨ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਬੇਅੰਤ ਸ਼ਕਤੀਆਂ ਦੇ ਮਾਲਕ, ਜੋ ਉਸ ਪਰਮੇਸ਼ਰ ਦੀ ਜਿਹੜੀ ਸਾਰੀ ਤਾਕਤ ਬੇਅੰਤ ਹੈ, ਉਹਦੇ ਬਾਰੇ ਬਖਸ਼ਿਸ਼ ਕਰਦੇ ਹਨ ਕਿ ਧੰਨ ਹੈ ਪਰਮੇਸ਼ਰ ਤੋਂ, ਜਿਹਨੇ ਸਾਰੇ ਸੰਸਾਰ ਨੂੰ ਬਣਾਇਆ ਹੈ, ਜੋ ਨਿੱਕੇ ਤੇ ਵੱਡੇ ਸਾਰੇ ਜੀਆ ਜੰਤ ਉਹਦੇ ਹੀ ਪੈਦਾ ਕੀਤੇ ਹਨ, ਉਹਦੇ ਆਸਰੇ ਹੀ ਚੱਲਦੇ ਹਨ। ਜਦੋਂ ਆਪਣੀ ਸ਼ਕਤੀ ਖਿੱਚ ਲੈਂਦਾ ਹੈ, ਕੋਈ ਵੀ ਕੁਝ ਨਹੀਂ ਕਰ ਸਕਦਾ। ਤੇ ਮਹਾਰਾਜ ਜੀ ਉਹ ਜੋ ਅਕਥ ਕਥਾ ਪਰਮੇਸ਼ਰ ਦੀ ਹੈ, ਉਹਦੇ ਬਾਰੇ ਜੋ ਬਖਸ਼ਿਸ਼ ਕਰਦੇ ਹਨ, ਆਓ ਸਤਿਗੁਰਾਂ ਤੋਂ ਲਾਹਾ ਲੈਣ ਵਾਸਤੇ ਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਕਰਤਾ ਸਭ ਜਿਸ ਕਰਣਾ, ਜੀ ਜੰਤ ਸਭ ਤੇਰੀ ਸਰਣਾ। ਕਹਿੰਦੇ ਹੈ ਅਕਾਲ ਪੁਰਖ ਪ੍ਰਭੂ, ਤੂੰ ਆਪ ਹੀ ਕਰਤਾ ਪੁਰਖ ਹੈ, ਜਿਸ ਆਪ ਜੀ ਨੇ ਸਾਰੇ ਪ੍ਰਪੰਚ ਨੂੰ ਪੈਦਾ ਕੀਤਾ ਹੈ। ਸੂਖਮ ਸਥੂਲ ਸਾਰੇ ਜੀਆ ਜੰਤ ਆਪ ਜੀ ਦੀ ਓਟ ਵਿੱਚ ਹਨ। ਤੂੰ ਹੀ ਸਭ ਤੋਂ ਵੱਡੀ ਸਮਰੱਥਾ ਰੱਖਦਾ ਹੈ। ਆਪੇ ਗੁਪਤ ਵਰਤੈ ਸਭ ਅੰਤਰ, ਗੁਰ ਕੈ ਸ਼ਬਦ ਪਛਾਤਾ ਹੈ। ਤੂੰ ਆਪ ਹੀ ਗੁਪਤ ਰੂਪ ਹੋ ਕੇ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ, ਤੇ ਗੁਰਾਂ ਦੇ ਉਪਦੇਸ਼ ਕਰਕੇ ਗੁਰਮੁਖਾਂ ਨੇ ਆਪ ਜੀ ਨੂੰ ਪਛਾਣ ਲਿਆ ਹੈ। ਕਿਉਂਕਿ ਮਨੁੱਖ ਦੀ ਐਸੀ ਕੁਝ ਇਹਦੀ
ਆਦਤ ਹੁੰਦੀ ਜਾਂ ਸੁਭਾਅ ਹੁੰਦਾ ਹੈ ਕਿ ਦੂਜਿਆਂ ਵੱਲੇ ਵੇਖਦਾ ਜਾਂ ਬਾਹਰ ਧਿਆਨ ਰੱਖਦਾ ਹੈ, ਪਰ ਆਪਣੇ ਅੰਦਰ ਧਿਆਨ ਨਾ ਹੋਣ ਕਰਕੇ ਇਹਨੂੰ ਅਸਲ ਜਿਹੜੀ ਹੈ ਉਹ ਸੋਝੀ ਨਹੀਂ ਆਉਂਦੀ। ਤਾਂ ਹੀ ਬਾਬਾ ਫਰੀਦ ਜੀ ਕਹਿੰਦੇ ਹਨ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਕਹਿੰਦੇ ਜੇ ਤੂੰ ਕੁਝ ਲਿਖਣਾ ਜਾਣਦਾ ਹੈ ਜਾਂ ਤੈਨੂੰ ਕੁਝ ਸੋਝੀ ਹੈ ਜਾਂ ਤੂੰ ਕੋਈ ਪਾਰਖੂ ਹੈ ਤਾਂ ਪਹਿਲਾਂ ਆਪਣੀ ਪਰਖ ਕਰ, ਆਪਣੇ ਅੰਦਰ ਵੇਖ, ਆਪਣੇ ਲੇਖ ਚੰਗੇ ਬਣਾਉਣ ਦਾ ਯਤਨ ਕਰ, ਉਹਦੇ ਅੱਗੇ ਬੇਨਤੀ ਕਰ ਕੋਈ ਰਸਤੇ ਸ਼ੁਭ ਚੱਲ ਕੇ ਤੇਰਾ ਜਨਮ ਸਫਲਾ ਹੋ ਸਕੇ। ਇਹ ਅੱਖਾਂ ਜਿਹੜੀਆਂ ਬਾਹਰ ਵੱਲੇ ਤੇ ਵੇਖਦੀਆਂ ਹਨ ਪਰ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਆਪਣੇ ਅੰਦਰ ਨਹੀਂ ਵੇਖ ਸਕਦੀਆਂ। ਤੇ ਗੁਰਮੁਖਾਂ ਨੂੰ ਪਰਮੇਸ਼ਰ ਨੇ ਇਹ ਚਾਨਣ, ਇਹ ਸੋਝੀ ਬਖਸ਼ੀ ਹੈ। ਤੇ ਉਹ ਚਾਨਣ ਕਿਹੜਾ ਹੈ? ਸਤਿਗੁਰੂ ਜੀ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਈ। ਇਹ ਪਰਮੇਸ਼ਰ ਨੇ ਜੋ ਕਿਰਪਾ ਕੀਤੀ ਹੈ ਸਤਿਗੁਰਾਂ ਦੇ ਰਾਹੀਂ ਸੰਸਾਰ 'ਤੇ ਇਹ ਬਾਣੀ ਲਿਆ ਕੇ ਜੀਵਾਂ 'ਤੇ ਵੱਡਾ ਪਰਉਪਕਾਰ ਕੀਤਾ ਹੈ। ਇਹ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਪਰਮੇਸ਼ਰ ਨਾਲ ਜੋੜਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜਿਹੜੇ ਤੇਰੇ ਪਿਆਰੇ ਹਨ ਪਰਮੇਸ਼ਰ ਜੀ, ਉਹਨਾਂ ਤੈਨੂੰ ਪਛਾਣ ਲਿਆ ਕਿ ਤੂੰ ਵਸਦਾ ਸਾਰਿਆਂ ਵਿੱਚ ਹੀ ਹੈ, ਬਾਕੀ ਜੀਵਾਂ 'ਚ ਗੁਪਤ ਹੈ। ਤੇ ਜਿਹੜਾ ਗੁਰੂ ਕੀ ਆਗਿਆ ਵਿੱਚ ਆ ਜਾਂਦਾ ਉੱਥੇ ਤੂੰ ਪ੍ਰਗਟ ਹੋ ਜਾਂਦਾ ਹੈ। ਉਹਨੂੰ ਦੁਨੀਆ ਦੇ ਲੋਕ ਵੀ ਕਹਿਣ ਲੱਗ ਪੈਂਦੇ ਰੱਬ ਦਾ ਰੂਪ ਹੈ। ਹਰ ਕੇ ਭਗਤ ਭਰੇ ਭੰਡਾਰਾ, ਆਪੇ ਬਖਸ਼ੇ ਸ਼ਬਦ ਵਿਚਾਰਾ। ਹੇ ਹਰੀ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਉਹ ਗੁਰਮੁਖਾਂ ਦੇ ਹਿਰਦੇ ਰੂਪ ਭੰਡਾਰੇ ਤੇਰੀ ਭਗਤੀ ਨਾਲ ਭਰੇ ਹੋਏ ਹਨ, ਜਿਨ੍ਹਾਂ ਨੂੰ ਤੁਸਾਂ ਨੇ ਆਪ ਹੀ ਗੁਰ ਸ਼ਬਦ ਦਾ ਵਿਚਾਰ ਬਖਸ਼ਿਆ ਹੈ। ਸੰਸਾਰ ਦੀਆਂ ਸਾਰੀਆਂ ਵਸਤਾਂ ਮੁੱਕ ਜਾਂਦੀਆਂ, ਵਰਤਿਆਂ ਘਟਦੀਆਂ ਹਨ, ਪਰ ਜਿਹੜਾ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਹੈ, ਪ੍ਰੇਮ ਦੇ ਨਾਲ ਸੰਗਤ ਵਿੱਚ ਰਹਿੰਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਉਹਦਾ ਖਜ਼ਾਨਾ ਕਦੇ ਘਟਦਾ ਨਹੀਂ, ਜਿਉਂ-ਜਿਉਂ ਵਰਤਦਾ ਵੱਧਦਾ ਜਾਂਦਾ ਹੈ। ਇੱਕ ਇਹੀ ਪਰਮੇਸ਼ਰ ਦੀ ਦਾਤ ਹੈ, ਜਿਉਂ ਵਰਤੀਏ ਤਿਉਂ-ਤਿਉਂ ਵੱਧਦੀ ਹੈ। ਤੇ ਇਸ ਕਰਕੇ ਬਾਕੀ ਸੰਸਾਰ ਦੇ ਸਾਰੇ ਪਦਾਰਥ ਵਸਤਾਂ ਘਟ ਜਾਂਦੀਆਂ ਹਨ ਵਰਤਿਆਂ, ਤੇ ਫਿਰ ਵੀ ਮਨੁੱਖ ਉਹਦੇ ਨਾਲ ਪ੍ਰੇਮ ਨਹੀਂ ਕਰਦਾ ਕਿ ਜਿਹੜੀ ਵਰਤਿਆਂ ਵੀ ਮੁੱਕਣੀ ਨਹੀਂ, ਤੇ ਅਸੀਂ ਉਹਦੇ ਨਾਲ ਜੁੜੀਏ। ਇਹ ਗੁਰੂ ਸੋਝੀ ਬਖਸ਼ੇ ਪਤਾ ਲੱਗਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਜੋ ਤੁਧ ਭਾਵੈ ਸੋਈ ਕਰਸੇ, ਸੱਚੇ ਸਿਉ ਮਨ ਰਾਤਾ ਹੈ। ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਹੇ ਸੱਚੇ ਪ੍ਰਭੂ, ਤੇਰੇ ਸੱਚੇ ਨਾਮ ਨਾਲ ਮੇਰਾ ਮਨ ਰੰਗਿਆ ਗਿਆ ਹੈ, ਤਾਂ ਤੇਰੇ ਅੱਗੇ ਬੇਨਤੀ ਕਰ ਰਹੇ ਹਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਸੋਝੀ ਬਖਸ਼ਣਾ ਕੀਤੀ ਹੈ। ਆਪੇ ਹੀਰਾ ਰਤਨ ਅਮੋਲੋ, ਆਪੇ ਨਦਰੀ ਤੋਲੇ ਤੋਲੋ। ਇਹ ਹਰੀ ਤੂੰ ਆਪ ਹੀ ਨਾਮ ਤੇ ਰਤਨ ਵੈਰਾਗ ਰੂਪ ਹੈ, ਇਹੀ ਵੱਡਾ ਹੀਰਾ ਹੈ। ਤੇ ਇਹੀ ਰਤਨ ਹੈ ਜੋ ਵੈਰਾਗ ਧਾਰਨਾ ਸੰਨਿਆ, ਜਿਹੜੇ ਸੰਸਾਰੀ ਪਦਾਰਥਾਂ ਵੱਲੋਂ ਮੋਹ ਪਿੱਛੇ ਕਰਨਾ ਤੇ ਪਰਮੇਸ਼ਰ ਦਾ ਨਾਮ ਜਪਣਾ। ਜਿਹਨੂੰ ਇਹ ਸੋਝੀ ਆ ਗਈ, ਜਿਹਦੀ ਇਹ ਮਰਜ਼ਾਦਾ ਬਣ ਗਈ, ਸਮਝੇ ਕਿ ਉਹਨੂੰ ਹੀਰੇ ਲਾਲ ਪ੍ਰਾਪਤ ਹੋ ਗਏ ਹਨ। ਤਾਂ ਹੀ ਸਤਿਗੁਰੂ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਸ ਕਰਕੇ ਹੇ ਨਦਰੀ ਪ੍ਰਭੂ, ਤੂੰ ਆਪ ਹੀ ਇਹਨਾਂ ਦੀ ਵਿਚਾਰ ਨੂੰ ਵਿਚਾਰਦਾ ਹੈ, ਤੂੰ ਇਹ ਸਭ ਕੁਝ ਜਾਣਦਾ ਹੈ। ਜੀ ਜੰਤ ਸਭ ਸਰਣ ਤੁਮਾਰੀ, ਕਰ ਕਿਰਪਾ ਆਪ ਪਛਾਤਾ ਹੈ। ਸਾਰੇ ਸੂਖਮ ਸਥੂਲ, ਵੱਡੇ ਛੋਟੇ ਜੀਆ ਜੰਤ ਆਪ ਜੀ ਦੀ ਸ਼ਰਨ ਵਿੱਚ ਹਨ। ਜਿਨ੍ਹਾਂ ਉੱਤੇ ਆਪ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਆਪਣਾ ਰੂਪ, ਆਪਣਾ ਸਰੂਪ
ਪਛਾਣਿਆ ਹੈ कि साडा स्वरूप की है, क्यों पैदा होया, स्वरूप बनाया परमेश्वर क्यों, की करना है, कित्थे जाना है। जिन्होंने ये समझ आ जाती है वो कोई ना कोई अपना कारज सवार लेंदे हन। ते सतगुरु जी कहते इस करके महाराज तू अपनी मेहर दी नज़र कर साडे ते, जिहदे उपर तेरी मेहर दी नज़र हो गई उन्होंने नदरी नदर निहाल कर दिंदा है। जिसनो नदर होए तुर तेरी, मरे न जम्मै चूके फेरी। हे वाहिगुरु, जिस उत्ते तुर तो आप जी की कृपा दृष्टि हुंदी है वो मुड़ मुड़ के मरदा जमदा नहीं है, ते 84 दी फेरी दूर हो जाती है। एक शब्द मेरे प्राण बसत है, बौड़ जन्म न आवा। उन्होंने फिर भरोसा हो जाता कि गुरु का शब्द जे मेरे अंदर सदा चलता है तो मैं जमा दे वस नहीं पै सकता, मेरा मालक पिछे गुरु पूरा है। साचे गुण गावे दिन राती, जुग जुग एको जाता है। हे सच्चे मालक जी, वो दिन राती तेरे ही गुण गाउंदा है, जिहदे ते तेरी मेहर दी नज़र है। ਅਤੇ जुगां जुगां विच उसने एक तैनू ही जानिया है कि तेरे तो वड्डा होर कोई नहीं, तेरे बराबर कोई नहीं। हर जिहा अवर ना देसई, कोई दूजा लवे ना लाए। कोई होर होवे ते उहदे कोल कोई चलिया जावे। ये साडी मत उन्नी कहे असीं इहनूं छड्ड के ते कहने होर थां जाना है, उत्थे ज़्यादी किरपा छेती हो जाएगी, बहुती हो जाएगी। पर जिहड़ा सारियां तो वड्डा है उहदे ते भरोसा नहीं। मुੱਢ ਨੂੰ ਛੱਡ ਦਿੱਤਾ ਤੇ ਪੱਤਿਆਂ ਨਾਲ ਜਾ ਕੇ ਲਮਕਣਾ, ਤੇ ਪੱਤਿਆਂ ਨਾਲ ਲਮਕਣ ਵਾਲਾ ਟੁੱਟ ਜਾਂਦੇ ਪੱਤੇ, ਉਹ ਡਿੱਗ ਪੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਪਰਮੇਸ਼ਰ ਜਿਹੜਾ ਤੇਰੀ ਸਦਾ ਸਿਫਤ ਕਰਦਾ ਹੈ ਉਹ ਸਦਾ ਹੀ ਤੇਰੀ ਤਾਕਤ ਨੂੰ ਪਛਾਣ ਲੈਂਦਾ ਹੈ। ਮਾਇਆ ਮੋਹਿ ਸਭ ਜਗਤ ਉਪਾਇਆ, ਬ੍ਰਹਮਾ ਵਿਸ਼ਨੂੰ ਦੇਵ ਸੁਭਾਇਆ। परमेश्वर ने अपनी एक शक्ति बनाई है, अपने परछावां कह लीए, परछावे नूं ताकत दिती है, क्योंकि मालक आप है तो माया उहदा परछावां है, उहदी छाया है, उहदी एक खेड़ है, जिहदे विच संसार भुलेखे विच आ जांदा कि यही सब कुछ है। जिथे मनुख ना होवेगा तो परछावां कित्थों आ जाएगा। इसे करके जे परमेश्वर है तो माया भी है, इहदे नाल सब कुछ है। माया दे विच भी इनू लोग याद रखते, भागां वाले जिहड़े हन। कहे नानक गुर प्रसादी, जिन्ना लिव लागी, तिने विचे माया पाया। वो माया दे हंकार विच नहीं आउंदे, माया नूं गलत पासे वरतदे नहीं, उन्हां दी माया भी सफल हो जाती है। ते कहिंदे जिहड़ी तूं ये माया जां एक अपनी शक्ति वरताई है, ये माया दे मोह ने ही सारे संसार नूं पैदा कीता है। इसे भुलेखे विच ही दुनिया संसार वाले खुबदी है। तो माया कल्ले नोटां दे विच नहीं, जो कुछ दिसदा सब माया का रूप है। माया व्यापत बहुत प्रकारी, कई तरह ये माया जिहड़ी वरत रही है सानू पता नहीं लगता। तो सतगुरु जी कहते ब्रह्मा ते विष्णु आदिक सारिया देवतियां विच माया का मोह आ रहा है, ये भी माया दे वस रह गए। हुण उत्थे माया नोटां वाली ते पर्वतां विच जंगलां विच नहीं सी, पर होर जिहड़े कई तरह का माया का रूप है वो कोई ना कोई किसी जाल विच फस गया, कोई किसे विच फस गया। ये तो धन गुरु ग्रंथ साहिब जी, धन 10वें दस गुरु साहिब ते भगत कबीर वर्गे जिहड़े महापुरुष हैं इस माया के जाल तो वो बचे हैं। बाकी किसी नूं ये छड्डदी नहीं। माया ममता मोहनी जिन विण दंतां जग खाया। कहते माया ऐसी मोह लैंदी जीव नूं जिवें दंदां तो बिना ही सबूता नगा लैंदी है। तो मनुख कहता मेरी मालकी है, ये नहीं पता तेरी मालकी तो होर कोई बन गई है। तैनूं सामण वाली कोई होर चीज़ है जिन्हें तैनूं खत्म करना, तू कहना है मेरे वस है। इस प्रकार जिक्र आउंदा है। कई इनू मिथ्या कह देंगे, पर जिहड़ा गुरु ग्रंथ साहिब महाराज होर धार्मिक ग्रंथां विच हवाला आउंदा झूठा नहीं। साडी विचार थोड़ी है, सानू पता नहीं हुंदा, असीं शक कर लैंदे हां।
तो जिहड़ा जिक्र आउंदा है कि एक बार देवतियां ने समुंदर रिड़किया, खीर समुंदर जिहड़ा, तो जदों रिड़किया है तो उहदे विचों 14 वड्डे रतन निकले हैं तो कुछ छोटे निकले हैं। 14 का जिक्र ज़्यादा सारे करते हैं, पर नाल उप रतन भी हैं। हुण जदों रतन निकले कुछ बहुत वड्डे वड्डे बेकीमते वो रतन सन। हुण उत्थे विचार ये चली कि ये किहड़ा रतन कौन लवे, किहड़ी चीज़ किहदे वस आवे, किहदे हक विच होवे। झगड़ा पै गया, दूजा कहे मैं आ लैना, दूजा कहे आ लैना। उस वेले जिवें शिव जी मन विच सोचिया कि मैं वंड कर दिना तो मैनू कोई लाभ हो जाएगा। कई बार वंड करन वाला ही सोचदा मेरे हत्थ विच कुछ होवे, मैं दूजिਆਂ ਦਾ भी हिस्सा खिंच लवां। इस करके जदों वो इस पासे आए तो परमेश्वर ने ऐसी कुदरत वरती, उन्हें जनानी का रूप धारण कर लिया। चारण करो श्री वाहिगुरू। वो वाहिगुरू ने मोहनी का रूप धारण कर लिया तो ये ध्यान उधर हो गया शिव जी महाराज का। तो दूजे पासे वो जी सारी खेड़ सी वो बदल गई। उन्हें क्या लिया तुहाडी असीं वंड कर दिंदे हां। तो उत्थे दसिया जाता है कि जिहड़ी विचों शराब निकली, जिहड़े कह दिंदे 13वां रतन, कोई कहता 9 रतन ही, कोई किस तरह की शोभा करता है। हुण इनू तो कह दिंदे ये रत्नां विच आई है, तो ये नहीं पता अमृत भी है, अमृत का चेता नहीं सन। हुण उत्थे की होया, जदों बाकी वंडे गए तो जिहड़ा अमृत ते शराब सी इहदी वंड जदों करनी सी, हुण उत्थे विचार ये आई कि जे ते राक्षसां ने ये जिहड़ा अमृत पी लिया तो इन्हां दे किसी दे कोल खत्म ही नहीं होना, तो दुनिया ते किसी नूं टिकण नहीं ये देणगे। अगे ताकतवर बड़े हैं, जदों जबरदस्त कोई बंदे को ताकत आ जाए वो डरदा, कोई बोलदा तो नहीं, पर अंदरों कोई खुशी नहीं हुंदा। इस करके उन्हां सोचिया हुण की कीता जावे। उस वेले वो जिहड़े 2 घड़े सन, 2 सराहियां सन, एक विच अमृत ते एक विच शराब है। वो जिहड़ी मोहनी बनी सी वो वाहिगुरू ने विष्णु के रूप में आ करके वो मोहनी का रूप धारिया। तो उन्हें की कीता उस वेले क्या मैं वरता देवां, तुहाडी वंड कर देवां। तो जिहड़े देवते सन उस पासे वो बदल के घड़ा उधर कर लिया, उहदे विचों उन्हां नूं अमृत छकाउणा शुरू कर दिता। तो जिधर दैंत सन, राक्षस सन, उस पासे शराब वरताउणी शुरू कर दित्ती। तो उस वेले जदों अमृत वरतन लगा तो 2 जाने विचों उठ के ते उधर चले गए दूजी पंगत विचों कि असीं अमृत पी लईए, अमर हो जावांगे। तो उस वेले रौला पै गया कि ये जिहड़े राक्षसां वालों आए हैं इन्हां नूं अमृत नहीं देना चाहिए। जिन्हां नूं कि अज कई कह दिंदे राहु ते केतु। हुण राहु केतु दे ऐसा भुलेखा लोकी पाउंदे हन, जंतरियां वाले, पत्रियां वाले, जिन्हों किसी को काबू करना, किसी को लेना देना लेना, कहने तेरे मगर राहु केतु पए हुए हैं। साडे अंदर तो अपना ही राहु केतु जिहड़ा मन ही वस नहीं आउंदा, किसी दे कित्थों करने हैं। पर ऐसे भुलेखे विच आके लोग उहदे भरोसा कर लैंदे हैं। इस प्रकार वो जिहड़ा शराब वाला घड़ा जो दैंतां नूं पियाया गया तो वो जिहड़े आपस विच होर मस्त हो करके उन्होंने उपद्र शुरू कर दिता। इस प्रकार सतगुरु जी कहते कहानी बड़ी लंबी साखी है, पर बेनती इन्नी है कि ये माया ही इस तरह के कई कौतक करके जीव की मत जिहड़ी है बदला दिंदी है, उहदे वस नहीं रहिंदा। ते सतगुरु जी कहते माया ममता मोहनी जिन विण दंता जग खाया, मनमुख खाधे गुरमुख उभरे जिनी सच नाम चित लाया, बिन नामे जग कमला फिरै गुरमुखा नदरी आया। इस प्रकार सतगुरु जी कथन करते हैं कि भाई ये ऐसी कौतक वरतदी है जिहड़ी उहदी माया है। तो जिहड़ा माया का मोह छड्ड के जिहड़ा असल जिहदी ये माया बनी हुई है उहदे नाल मोह कर लैंदा, उहदे ते दा जोर नहीं पैंदा, उहदी फिर दासी बन जाती, उहदी सेवा करती है, उहदे ते नुकसान नहीं कोई कर सकती, जोर नहीं पा सकती। भगत कबीर जी दे वल माया कई तरह रूप बदल के आई कि इनू मैं ढा लवां। तो उन्हां दा पिछे गुरु पूरा सी, परमेश्वर नाल जुड़े सन। उन्हां क्या कबीर आई मुझे पै अनक करे कर भेस, हम राखे गुर अपने उन कीनो आदेश।
ਕਹਿੰਦੇ ਆਈ ਸਾਡੇ ਵੱਲ ਵੀ ਮਾਇਆ ਬੜੇ ਰੂਪਾਂ ਵਿੱਚ ਹੈ, ਬੜੀ ਤਰ੍ਹਾਂ ਦੇ ਕੌਤਕ ਕਰਕੇ, ਪਰ ਸਾਡੇ ਗੁਰੂ ਨੇ ਸਾਨੂੰ ਬਚਾ ਲਿਆ, ਉਹ ਨਮਸਕਾਰ ਕਰਕੇ ਮੁੜ ਗਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਮਾਇਆ ਦਾ ਮੋਹ ਸਾਰਿਆਂ ਵਿੱਚ ਆ ਰਿਹਾ ਹੈ। ਬ੍ਰਹਮਾ ਤੇ ਵਿਸ਼ਨੂੰ ਆਦਿਕ ਸਾਰੇ ਦੇਵਤਿਆਂ ਵਿੱਚ ਮਾਇਆ ਦਾ ਮੋਹ ਹੈ। ਇਹਦੇ ਜਾਲ ਤੋਂ ਉਹੀ ਫਸਦਾ ਹੈ ਜਿਹੜਾ ਮੁੱਢ ਨਾਲ ਜੁੜ ਗਿਆ, ਜਿਹੜਾ ਮਾਇਆ ਨੂੰ ਪੈਦਾ ਕਰਨ ਵਾਲਾ। ਸਿਵ ਸਗਤੇ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਉਹੀ ਜ਼ਿਕਰ ਆਉਂਦਾ। ਸ਼ਿਵ ਉੱਥੇ ਸ਼ਿਵ ਜੀ ਨੂੰ ਨਹੀਂ ਕਿਹਾ, ਸ਼ਿਵ ਕਿਹਾ ਹੈ ਪਰਮੇਸ਼ਰ ਨੂੰ, ਅਤੇ ਸ਼ਕਤੀ ਕਿਹਾ ਹੈ ਮਾਇਆ ਨੂੰ। ਉਹ ਵਾਹਿਗੁਰੂ ਨੇ ਜਦੋਂ ਮਾਇਆ ਦਾ ਕੌਤਕ ਵਰਤਾਇਆ ਤੇ ਸਾਰਿਆਂ ਉੱਪਰ ਇਹਦਾ ਜ਼ੋਰ ਪੈ ਗਿਆ। ਤੇ ਫਿਰ ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਜਿਹੜੇ ਉਹਨਾਂ 'ਚੋਂ ਬਚੇ, ਜੋ ਤੁਧ ਭਾਣੇ ਸੇ ਨਾਮ ਲਾਗੇ, ਗਿਆਨ ਮਤੀ ਪਛਾਤਾ ਹੈ। ਮਹਾਰਾਜ ਜਿਹੜੇ ਤੈਨੂੰ ਚੰਗੇ ਲੱਗੇ ਹਨ, ਭਾਗੇ ਹਨ, ਉਹ ਨਾਮ ਜਪਣ ਵਿੱਚ ਲੱਗੇ ਹਨ, ਅਤੇ ਉਹਨਾਂ ਨੇ ਮਤੀ ਵਿੱਚ ਗਿਆਨ ਪ੍ਰਾਪਤ ਹੋਣ ਕਰਕੇ ਤੈਨੂੰ ਪਛਾਣ ਲਿਆ ਹੈ। ਨਾਮ ਤੋਂ ਉਹਨਾਂ ਨੂੰ ਗਿਆਨ ਹੋ ਗਿਆ। ਜਦੋਂ ਸੋਝੀ ਆ ਗਈ, ਗਿਆਨ ਹੋ ਗਿਆ, ਤੇ ਉਹ ਆਪੇ ਚੰਗੇ ਰਸਤੇ ਲੱਗ ਪਏ, ਚੰਗੇ ਵਸਤੂ ਦੇ ਗਾਹਕ ਬਣ ਗਏ। ਜਿਹਨੂੰ ਪਰਖ ਹੋਵੇ ਅਸਲ ਵਸਤੂ ਦੀ, ਉਹ ਨਕਲ ਨਹੀਂ ਖਰੀਦਦਾ। ਇਸ ਕਰਕੇ ਅਸੀਂ ਭਾਵੇਂ ਕਿੰਨੇ ਵੀ ਸਿਆਣੇ ਹਾਂ, ਅਸੀਂ ਨਕਲ ਦੇ ਵਿੱਚ ਫਸ ਜਾਂਦੇ ਹਾਂ, ਅਸਲ ਦੀ ਸਾਨੂੰ ਪਛਾਣ ਨਹੀਂ, ਉਹਨੂੰ ਛੱਡ ਕੇ ਹੋਰ ਪਾਸੇ ਭਟਕ ਜਾਂਦੇ ਹਾਂ। ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁੱਖ ਹੈ ਭਾਰਾ। ਕਹਿੰਦੇ ਸਾਰਾ ਸੰਸਾਰ ਪਾਪ ਪੁੰਨ ਰੂਪ ਕਰਮਾਂ ਵਿੱਚ ਵਰਤ ਰਿਹਾ ਹੈ, ਕਿਉਂਕਿ ਦੁਨੀਆ ਵਿੱਚ ਦੋਵੇਂ ਹੀ ਗੱਲਾਂ ਚੱਲਦੀਆਂ ਹਨ ਸੰਸਾਰ ਵਿੱਚ, ਪਾਪ ਅਤੇ ਪੁੰਨ। ਇਹਨਾਂ ਦੇ ਕਰਕੇ ਸੰਸਾਰ ਦੀ ਗਾਂਹ ਦੀ ਗਾਂਹ ਜਿਹੜੀ ਹੈ ਇਹ ਕਿਰਿਆ ਵੱਧਦੀ ਹੈ। ਇਸ ਲਈ ਸਭ ਨੂੰ ਹਰਖ ਸੋਗ ਕਰਕੇ ਬੜਾ ਭਾਰੀ ਦੁੱਖ ਹੋ ਰਿਹਾ ਹੈ। ਕਿਸੇ ਨੂੰ ਖੁਸ਼ੀ ਆ ਗਈ, ਬੜਾ ਹੰਕਾਰ ਵਿੱਚ ਆ ਗਿਆ, ਖੁਸ਼ੀ ਤੋਂ ਫਿਰ ਦੁੱਖ ਹੋ ਗਿਆ, ਉਹ ਖੁਸ਼ੀ ਵੀ ਐਵੇਂ ਗਈ। ਇਸ ਕਰਕੇ ਕਦੇ ਹਰਖ ਕਦੇ ਸੋਗ। ਸਤਿਗੁਰੂ ਜੀ ਕਹਿੰਦੇ ਗ੍ਰਸਤ ਵਿੱਚ ਤੇ ਇਹੀ ਕੁਝ ਰਹਿੰਦਾ ਹੈ। ਜਿਹੜਾ ਛੱਡ ਜਾਂਦਾ ਹੈ ਉਹ ਕਲਪਦਾ ਰਹਿੰਦਾ ਹੈ। ਤੇ ਤਾਂ ਹੀ ਕਿਸੇ ਨੇ ਕਿਹਾ, ਨਾ ਸੁਖ ਵਿੱਚ ਗ੍ਰਸਤ ਦੇ, ਨਾ ਸੁਖ ਛੱਡ ਗਿਆ, ਸੁਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਸਤਿਗੁਰੂ ਜੀ ਕਥਨ ਕਰਦੇ, ਜਿਨ੍ਹਾਂ ਚਿਰ ਗੁਰੂ ਦੀ ਸ਼ਰਨ ਵਿੱਚ ਨਾ ਗਿਆ ਉਹਨਾਂ ਚਿਰ ਅਸਲ ਸੁੱਖ ਨਹੀਂ ਮਿਲਣਾ। ਜੋ ਸੁਖ ਕੋ ਚਾਹੇ ਸਦਾ, ਸਰਨ ਰਾਮ ਕੀ ਲੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ, ਗੁਰਮੁਖ ਹੋਵੈ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ। ਜਿਹੜਾ ਗੁਰਮੁਖ ਹੁੰਦਾ ਹੈ ਉਹੀ ਸੁਖ ਨੂੰ ਪਾਉਂਦਾ ਹੈ। ਜਿਸ ਗੁਰਮੁਖ ਨੇ ਗੁਰਾਂ ਦੁਆਰੇ ਨਾਮ ਨੂੰ ਪਛਾਣਿਆ ਹੈ ਕਿ ਅਸਲ ਨਾਮ ਕਿਹੜਾ ਜਪਣਾ ਹੈ, ਤੇ ਗੁਰੂ ਦੀ ਆਗਿਆ ਕੀ ਹੈ, ਇਹਨੂੰ ਸਤ ਵਚਨ ਕਰਕੇ ਮੰਨ ਲਿਆ, ਤੇ ਫਿਰ ਸਤਿਗੁਰੂ ਜੀ ਕਹਿੰਦੇ ਉਹਨੇ ਪਛਾਣ ਕਰ ਲਈ ਹੈ। ਕਿਰਤ ਨ ਕੋਈ ਮੇਟਣ ਹਾਰਾ, ਗੁਰ ਕੈ ਸਬਦੇ ਮੋਖ ਦੁਆਰਾ। ਫਿਰ ਜਿੰਨਾ ਚਿਰ ਇਹ ਗੁਰੂ ਕੀ ਆਗਿਆ ਨੂੰ ਮੰਨਦਾ ਨਹੀਂ, ਹੋਰ ਕੰਮਾਂ ਵਿੱਚ ਫਸ ਜਾਂਦਾ, ਭੁਲੇਖੇ ਵਿੱਚ, ਤੇ ਫਿਰ ਉਲਟ ਫਲ ਭੋਗਦਾ ਹੈ। ਤੇ ਮਹਾਰਾਜ ਕਹਿੰਦੇ ਫਲ ਭੋਗੇ ਬਿਨਾ ਕੀਤੇ ਹੋਏ ਕਰਮਾਂ ਨੂੰ ਕੋਈ ਮੇਟਣ ਵਾਲਾ ਨਹੀਂ ਹੈ, ਉਹ ਲੇਖਾ ਦੇਣਾ ਪੈਂਦਾ ਹੈ। ਬੰਦੇ ਕੋਲੋਂ ਬੰਦਾ ਗੱਲ ਛਪਾ ਲਵੇਗਾ, ਲੁਕਾ ਲਵੇਗਾ, ਹੇਰਾ ਫੇਰੀ ਕਰੇਗਾ, ਪਰ ਉਹਦੇ ਅੱਗੇ ਨਹੀਂ ਚੱਲਣੀ। ਕੱਚ ਪਕਾਈ ਉੱਥੇ ਪਾਏ, ਉੱਥੇ ਕੱਚੇ ਪੱਕੇ ਦਾ ਪਤਾ ਲੱਗ ਜਾਂਦਾ। ਸਤਿਗੁਰੂ ਜੀ ਕਹਿੰਦੇ ਚੁਣ ਵੱਖ ਕੱਢੇ ਜਜ ਮਾਲਿਆ। ਉਹ ਜੰਮ ਜਿਹੜੇ ਹਨ ਵੱਖੋ ਵੱਖ ਕਰ ਦਿੰਦੇ ਹਨ ਧਰਮਰਾਜ ਦੀ ਆਗਿਆ ਨਾਲ, ਸੱਚ ਅਤੇ ਝੂਠ ਨੂੰ। ਜਿਵੇਂ ਛਾਣਨੀ ਜਾਂ ਛੱਜ ਜਿਹੜਾ ਹੈ ਉਹ ਕਿਸੇ ਵਸਤੂ ਨੂੰ ਛਾਣ ਦਿੰਦਾ ਹੈ, ਕੂੜਾ ਕਰਕਟ ਬਾਹਰ ਨਿਕਲ ਜਾਂਦਾ ਹੈ, ਇਸੇ ਤਰ੍ਹਾਂ ਝੂਠੇ ਅਤੇ ਸੱਚਿਆਂ ਦੀ ਉੱਥੇ ਛਾਂਟਰੀ ਹੋ ਜਾਂਦੀ ਹੈ। ਉੱਥੇ ਕੋਈ ਮੁੱਕਰਿਆ ਨਹੀਂ ਜਾਣਾ, ਕਿਉਂਕਿ ਲੇਖਾ ਰੱਬ ਮਗੇਸੀਆ, ਬੈਠਾ ਕੱਢ ਵਈ। ਜਿਹੜੀ ਅਸੀਂ ਜ਼ਬਾਨ ਤੋਂ ਗੱਲ ਨਹੀਂ ਕਰਦੇ, ਸਾਡੇ ਮਨ ਵਿੱਚ ਹੁੰਦੀ ਕਿਸੇ ਦਾ ਬੁਰਾ ਤੱਕਣਾ, ਕਿਸੇ ਦੀ ਵਸਤੂ ਵੇਖ ਕੇ ਉਹਦੇ ਲਈ ਸਾੜਾ ਕਰਨਾ, ਜਾਂ ਕਿਸੇ ਨੂੰ ਨੀਵਾਂ ਕਰਨ ਦਾ ਯਤਨ ਕਰਨਾ, ਇਹ ਜਿਹੜੀਆਂ ਐਸੀਆਂ ਬਿਰਤੀਆਂ, ਇਹ ਸਭ ਜਿਹੜਾ ਗੁਪਤ ਹੈ ਉਹ ਲਿਖਦਾ ਹੈ, ਅਤੇ ਜੋ ਅਸੀਂ ਸਾਹਮਣੇ ਕੰਮ ਕਰਦੇ ਉਹ ਚਿੱਤਰ ਲਿਖਦਾ ਹੈ। ਚਿੱਤਰ ਅਤੇ ਗੁਪਤ ਮਨੁੱਖ ਨੂੰ ਦੀਂਦੇ ਨਹੀਂ, ਹਰ ਵੇਲੇ ਇਹ ਦੋਵੇਂ ਦਾ ਲੇਖਾ ਲਿਖਦੇ ਹਨ। ਦਿਨ ਅਤੇ ਰਾਤ ਕਹਿ ਲਈਏ,
ਇਹਦਾ ਲੇਖਾ ਨਾਲ ਨਾਲ ਚੱਲ ਰਿਹਾ ਹੈ, ਪਰ ਮਨੁੱਖ ਨੂੰ ਪਤਾ ਨਹੀਂ ਮੇਰਾ ਕੀਤਾ ਹੀ ਮੇਰੇ ਗਾੜੀ ਆਉਣਾ ਹੈ, ਉਧਰ ਧਿਆਨ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਫਿਰ ਇਸ ਕਰਕੇ ਉਹ ਲੇਖੇ ਨੂੰ ਕੋਈ ਮਿਟਾਉਣ ਵਾਲਾ ਨਹੀਂ। ਗੁਰਾਂ ਦੇ ਉਪਦੇਸ਼ ਕਰਕੇ ਮੁਕਤੀ ਦਾ, ਮੋਖ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ ਹੈ, ਤੇ ਗੁਰੂ ਦੀ ਆਗਿਆ ਮੰਨਦਾ ਨਹੀਂ। ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ। ਜੇ ਇਹਨੂੰ ਪਤਾ ਲੱਗੇ ਮੈਂ ਗੁਰੂ ਨੂੰ ਮੰਨਦਾ ਹਾਂ, ਗੁਰੂ ਨੂੰ ਮੰਨਣਾ ਕਿਵੇਂ, ਤੇ ਫਿਰ ਗੁਰਾ ਕਿਉਂ ਰਵੇ, ਗੁਰੂ ਕੀ ਸਿੱਖੀ ਕਿਉਂ ਨਹੀਂ ਧਾਰਨ ਕਰਦਾ। ਇਹਨੂੰ ਪਤਾ ਨਹੀਂ ਮੈਂ ਕਿੰਨਾ ਚਿਰ ਰਹਿਣਾ ਕਿੰਨਾ ਨਹੀਂ, ਇਹ ਸਵਾਸ ਆਇਆ ਪਤਾ ਨਹੀਂ ਇਹੋ ਹੀ ਮਗਰਲਾ ਹੋਵੇ, ਇਹ ਗੱਲ ਦਾ ਕੋਈ ਪਤਾ ਨਹੀਂ। ਜਿਹੜਾ ਆਦਮੀ ਕਹਿੰਦੇ ਦਮ ਆਇਆ ਤੇ ਆਇਆ, ਨਾ ਆਇਆ ਤੇ ਕੋਈ ਪਤਾ ਨਹੀਂ, ਤੇ ਫਿਰ ਆਪਣਾ ਸਮਾਂ ਗਵਾਈ ਜਾ ਰਿਹਾ ਹੈ। ਕਹਿੰਦਾ ਮੈਂ ਗੁਰੂ ਨੂੰ ਮੰਨਦਾ ਬੜਾ, ਸੇਵਾ ਬੜੀ ਕਰਦਾ, ਦਰਸ਼ਨ ਕਰਦਾ, ਦਾਨ ਕਰਦਾ, ਪਰ ਗੁਰੂ ਵਾਲਾ ਤੇ ਬਣਿਆ ਨਹੀਂ। ਤੇ ਗੁਰੂ ਦੀ ਬਾਣੀ ਤੇ ਟਿੱਪਣੀ ਕਰਨ ਲੱਗ ਪੈਂਦੇ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕੀਤਾ ਹੀ ਨਹੀਂ, ਪਤਾ ਹੀ ਨਹੀਂ ਇਸ ਮਰਜ਼ਾਦਾ ਦਾ। ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨ ਲਿਆ, ਉਹਨਾਂ ਨੂੰ ਗਿਆਨ ਹੋ ਗਿਆ, ਸੋਝੀ ਆ ਗਈ, ਤੇ ਉਹਨਾਂ ਨੂੰ ਮੁਕਤੀ ਦਾ ਟਿਕਾਣਾ ਪ੍ਰਾਪਤ ਹੋ ਗਿਆ। ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ। ਜਿਨ੍ਹਾਂ ਦੇ ਮੱਥੇ ਪਰ ਪੂਰਬਲਾ ਚੰਗਾ ਕਰਮ ਲਿਖਿਆ ਗਿਆ ਹੈ, ਉਸ ਨੇ ਗੁਰਾਂ ਦੀ ਪ੍ਰਾਪਤੀ ਰੂਪ ਫਲ ਨੂੰ, ਗਿਆਨ ਫਲ ਨੂੰ ਪਾਇਆ ਹੈ। ਜਿਸ ਨੇ ਗੁਰਾਂ ਦੁਆਰੇ ਹੰਕਾਰ ਨੂੰ ਮਾਰਿਆ ਹੈ, ਉਸ ਨੇ ਆਪਣੇ ਸਰੂਪ ਨੂੰ ਪਛਾਣ ਲਿਆ ਹੈ। ਜਦੋਂ ਮੈਂ ਚਲੀ ਗਈ ਤੇ ਫਿਰ ਪਤਾ ਲੱਗ ਜਾਣਾ, ਜੇ ਮੈਂ ਨਹੀਂ ਤੇ ਹੈ ਕੌਣ। ਫਿਰ ਕਹਿੰਦੇ ਮੈਂ ਨਹੀਂ, ਉਹੀ ਹੈ, ਤੂੰ ਹੀ ਹੈ। ਤੂੰ ਤੋਂ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਇਸ ਕਰਕੇ ਉਹ ਜਿਹੜਾ ਜੀਵ ਹੈ, ਫਿਰ ਜਦੋਂ ਮੈਂ ਨਿਕਲ ਜਾਵੇ ਤੇ ਤੂੰ ਦਾ ਰੂਪ ਹੋ ਜਾਂਦਾ ਹੈ। ਤੇ ਤਾਂ ਹੀ ਸਤਿਗੁਰੂ ਕਹਿੰਦੇ ਉਹਦੀ ਪਛਾਣ ਇੱਕੋ ਹੀ ਹੈ। ਜਿਹੜਾ ਰੱਬ ਦਾ ਪਿਆਰਾ, ਭਾਵੇਂ ਕਿੰਨਾ ਕੁਝ ਕਹੇ, ਲੁਕੀ ਨਹੀਂ ਰਹਿੰਦੀ ਉਹਦੀ ਨਿਸ਼ਾਨੀ। ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉ ਮੈਂ, ਕਹੇ ਨਾ ਕੋਈ। ਮਾਇਆ ਮੋਇ ਹਰ ਸਿਉ ਚਿਤ ਨਾ ਲਾਗੈ, ਦੂਜੇ ਭਾਏ ਕਣਾ ਦੁਖ ਆਗੈ। ਮਾਇਆ ਦੇ ਮੋਹ ਕਰਕੇ ਹਰੀ ਨਾਲ ਚਿੱਤ ਲੱਗਦਾ ਨਹੀਂ ਹੈ। ਧਿਆਨ ਇੱਧਰ ਹੈ, ਜਾਇਦਾਦ, ਜ਼ਮੀਨ, ਮਾਇਆ ਇਕੱਠੀ ਹੋ ਜਾਵੇ, ਮੇਰਾ ਅਗਲਾ ਆਉਣ ਵਾਲਾ ਪਰਿਵਾਰ ਵਰਤੇਗਾ। ਇਹ ਨਹੀਂ ਪਤਾ ਪਰਿਵਾਰ ਨੇ ਘਰ ਵਿੱਚ ਕੋਈ ਇਤਮਾਨ ਵੀ ਕਰਨਾ ਕਿ ਨਹੀਂ। ਜਿਹਨੂੰ ਸਭ ਕੁਝ ਦੇ ਰਿਹਾ ਹੈ, ਉਸੇ ਇਹਦੇ ਨਾਲ ਦੇ ਨਹੀਂ ਬਣਨਾ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦਾ ਖਾ ਰਿਹਾ ਹੈ ਮਨੁੱਖ, ਉਹਦਾ ਹੀ ਨਹੀਂ ਮੰਨਦਾ, ਉਸੇ ਨੂੰ ਬਾਹਰ ਕੱਢ ਦਿੰਦਾ ਹੈ, ਉਹਦੀ ਗੱਲ ਨਹੀਂ ਮੰਨਦਾ। ਤੇ ਸਤਿਗੁਰੂ ਜੀ ਕਹਿੰਦੇ ਇਹ ਸਭ ਐਸਾ ਮਾਇਆ ਦਾ ਚੱਕਰ ਹੈ, ਐਸਾ ਮੋਹ ਦਾ ਚੱਕਰ ਹੈ, ਭੁਲੇਖੇ ਦਾ ਚੱਕਰ ਹੈ। ਤੇ ਪਰਮੇਸ਼ਰ ਦੇ ਨਾਲ ਮਨ ਜੁੜ ਨਹੀਂ ਸਕਦਾ ਜਿੰਨਾ ਚਿਰ ਇਹਦੇ ਵਿੱਚ ਹੈ। ਦਵੈਤ ਭਾਵ ਕਰਕੇ ਪਰਲੋਕ ਵਿੱਚ ਬਹੁਤਾ ਦੁੱਖ ਮਿਲਦਾ ਹੈ। ਦਵੈਤ ਭਾਵ ਕੀ ਹੈ? ਆਪਣਾ ਤੇ ਪਰਾਇਆ। ਗੁਰੂ ਘਰੋਂ ਚਲੇ ਗਏ ਤੇ ਰਾਹ ਵਿੱਚ ਕਹਿ ਦੇਣਾ ਫਲਾਣੇ ਨੂੰ ਹਰਾ ਦੇਣਾ, ਫਲਾਣੀ ਪਾਰਟੀ ਜਿੱਤ ਜਾਣੀ। ਇੱਥੇ ਕਹਿ ਦੇਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਉਹ ਗੁਰੂ ਨੂੰ ਮੰਨਿਆ ਕਿਵੇਂ, ਭਲਾ ਕਿਵੇਂ ਸਭ ਦਾ ਆਇਆ। ਐਸੇ ਲੋਕਾਂ ਨੇ ਐਸੀ ਗੱਲ ਬਣਾਈ, ਮਹਾਰਾਜ ਭਲਾ ਸਰਬੱਤ ਦਾ ਕਰੀ, ਪਰ ਪਹਿਲਾਂ ਸਾਡੇ ਤੋਂ ਸ਼ੁਰੂ ਕਰੀ। ਇਹ ਵੀ ਉਹਨਾਂ ਦੀ ਗੱਲ ਨਹੀਂ ਰਹਿ ਜਾਂਦੀ, ਆਪਣਾ ਵੀ ਭਲਾ ਨਹੀਂ ਕਰ ਸਕਦੇ, ਇਦੋਂ ਹੀ ਅੱਗੇ ਨਿੱਘਰ ਜਾਂਦੇ ਹਨ। ਇਸ ਕਰਕੇ ਜਿਹੜਾ ਰੱਬ ਦਾ ਪਿਆਰਾ ਕਹਿੰਦੇ ਮਾੜਾ ਕੋਈ ਨਹੀਂ। ਕਿਸੇ ਨੂੰ ਹਰਾਉਣ ਦਾ ਮਤਲਬ ਇਹੀ ਹੈ ਕਿ ਦੂਜਾ ਮੇਰੇ ਤੋਂ ਨੀਵਾਂ ਹੋ ਜਾਵੇ, ਮਾੜਾ ਹੋ ਜਾਵੇ, ਮੇਰਾ ਧੜਾ ਉੱਚਾ ਹੋ ਜਾਵੇ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਭਾਈ ਜਿਹੜਾ ਰੱਬ ਦਾ ਪਿਆਰਾ ਕਹਿੰਦਾ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤੇ ਫਿਰ ਕਈ ਕਹਿ ਦਿੰਦੇ ਜੀ ਇਹ ਕੰਮ ਨਾ ਹੋਵੇ ਤੇ ਫਿਰ ਸੰਸਾਰ ਨਹੀਂ ਚੱਲਦਾ। ਚਲਾਉਣ ਵਾਸਤੇ ਜਿਹੜੇ ਰੱਬ ਦੇ ਪਿਆਰੇ ਹਨ, ਉਹ ਫਿਰ ਸੰਸਾਰ ਦੇ ਸਿਆਣੇ ਲੋਕ ਚੁਣਦੇ ਹਨ ਕਿ ਜਿਹੜਾ ਭਲਾ ਪੁਰਸ਼ ਕਿਹੜਾ ਹੈ ਜਿਹਦੇ ਤੋਂ ਭਲਾ ਹੋ ਸਕੇ। ਉਹ ਆਪ ਨਹੀਂ ਕਹਿੰਦਾ ਕਿਸੇ ਨੂੰ, ਉਹਨੂੰ ਆਪ ਮਾਣ ਮਿਲ ਜਾਂਦਾ ਹੈ। ਸੰਤ ਸਿੰਘ ਜੀ ਮਸਕੀਨ ਕਹਿੰਦੇ ਜਿਹੜਾ ਕੋਈ ਗੁਣਾਂ ਵਾਲਾ ਹੈ ਉਹਨੂੰ ਇਸ਼ਤਿਹਾਰ ਨਹੀਂ ਛਪਾਉਣੇ ਪੈਂਦੇ, ਉਹਨੂੰ ਮਸ਼ਹੂਰੀਆਂ ਨਹੀਂ ਕਰਨੀਆਂ ਪੈਂਦੀਆਂ, ਉਹਦੇ ਕੋਲ ਦੁਨੀਆ ਆਪ ਆਉਂਦੀ ਹੈ ਚੱਲ ਕੇ। ਫੁੱਲ ਕਦੀ ਕਿਸੇ ਨੂੰ ਆਵਾਜ਼ਾਂ ਨਹੀਂ ਮਾਰਦਾ ਮੇਰੇ ਕੋਲ ਆਓ, ਉਹਦੀ ਵਾਸ਼ਨਾ, ਉਹਦਾ ਸੋਹਣਾਪਣ ਜਿਹੜਾ ਹੈ ਹਰ ਇੱਕ ਨੂੰ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਵਿੱਚ ਚੰਗੇ ਗੁਣ ਹਨ, ਉਹਦੀ ਆਪਣੇ ਆਪ ਵਡਿਆਈ ਵੱਧ ਜਾਂਦੀ ਹੈ। ਪਰ ਉਹ ਕਹਿੰਦਾ ਨਹੀਂ ਮੇਰੀ ਹੈ, ਕਹਿੰਦਾ ਜੋ ਕੁਝ ਪਰਮੇਸ਼ਰ ਦੀ ਦਾਤ ਹੈ। ਸਤਿਗੁਰੂ ਜੀ ਕਹਿੰਦੇ ਮਨਮੁਖ ਭਰਮ ਭੁੱਲੇ, ਭੇਖ ਤਾਰੀ ਅੰਤ ਕਾਲ ਪਛਤਾਤਾ ਹੈ।
ਭੇਖਾਂ ਦੇ ਧਾਰਨ ਵਾਲੇ ਮਨਮੁਖ ਭਰਮ ਵਿੱਚ ਭੁੱਲੇ ਹੋਏ ਹਨ। ਕੋਈ ਕਹਿੰਦਾ ਫਲਾਣੇ ਧਰਮ ਵਿੱਚ ਰਲ ਜਾਈਏ, ਕੋਈ ਕਹਿੰਦਾ ਫਲਾਣੇ ਵਿੱਚ ਰਲ ਜਾਈਏ। ਕਿਸੇ ਧਰਮ ਵਿੱਚ ਚਲੇ ਜਾਓ, ਜਿੰਨਾ ਚਿਰ ਕਮਾਈ ਨਹੀਂ ਕਰਨੀ, ਉਹ ਨਾਮ ਨਹੀਂ ਜਪਣਾ, ਸ਼ਬਦ ਦੀ ਕਮਾਈ ਨਹੀਂ ਹੋਣੀ, ਉਹਨਾਂ ਚਿਰ ਕਿਤੇ ਵੀ ਪੂਰੀ ਨਹੀਂ ਪੈਣੀ। ਭੇਖ ਦਾ ਤਾਂ ਮਤਲਬ ਇਹ ਹੈ ਪਛਾਣ ਹੋਣੀ ਕਿ ਕਿਹਦੇ ਨਾਲ ਸੰਬੰਧ ਰੱਖਦਾ ਹੈ। ਜਾਂ ਦਾਖਲਾ ਲੈਣਾ ਕਿਸੇ, ਜਿਵੇਂ ਸਕੂਲ ਵਿੱਚ ਹੁੰਦਾ, ਕਿਸੇ ਦੀ ਵਰਦੀ ਕੋਈ, ਕਿਸੇ ਦੀ ਕੋਈ, ਅਤੇ ਨਿਹਰਾ ਦਾਖਲਾ ਲਿਆ, ਉਹਦੀ ਜਿਹੜੀ ਕਾਮਯਾਬੀ ਨਹੀਂ ਹੁੰਦੀ ਜਿੰਨਾ ਚਿਰ ਪੜ੍ਹਾਈ ਨਾ ਹੋਵੇ। ਇਸੇ ਤਰ੍ਹਾਂ ਮਨੁੱਖ ਭੇਖਾਂ ਵਿੱਚ ਫਸ ਗਿਆ, ਪਰ ਕਰਨੀ ਕੋਈ ਕੀਤੀ ਨਹੀਂ। ਫਿਰ ਕਹਿੰਦਾ ਮੈਂ ਗੁਰੂ ਨੂੰ ਬੜਾ ਚਿਰਦਾ ਮੰਨਦਾ, ਮੈਨੂੰ ਕੋਈ ਮਿਲਿਆ ਨਹੀਂ। ਸਤਿਗੁਰੂ ਜੀ ਕਹਿੰਦੇ ਭੇਖਾਂ ਦੇ ਧਾਰਨ ਵਾਲੇ, ਮਨ ਦੀ ਮਰਜ਼ੀ ਨਾਲ ਚੱਲਣ ਵਾਲੇ ਮਨਮੁਖ ਭੁਲੇਖੇ ਵਿੱਚ ਰਹਿ ਗਏ। ਇਸ ਲਈ ਮਨਮੁਖ ਪੁਰਸ਼ ਅੰਤ ਵੇਲੇ ਪਛਤਾਉਂਦਾ ਹੈ ਜਦੋਂ ਸਮਾਂ ਲੰਘ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਨਾਵੇਂ ਪਾਤਸ਼ਾਹ, ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਕਹਿੰਦੇ ਹੇ ਜੀਵ, ਹੁਣ ਕਿਉਂ ਪਛਤਾਉਂਦਾ ਹੈ? ਸਮਾਂ ਨਿਘਾ ਲਿਆ, ਉਦੋਂ ਇੱਧਰ ਸੋਚਿਆ ਨਹੀਂ, ਅਤੇ ਹੁਣ ਕੀ ਹੋਵੇਗਾ? ਹੁਣ ਤੈਨੂੰ ਆਪਣੇ ਔਗਣਾਂ ਦਾ ਲੇਖਾ ਜਿਹੜਾ ਹੈ, ਪਾਪਾਂ ਦਾ, ਉਹ ਦੇਣਾ ਪੈਣਾ ਹੈ। ਡੂੰਘੀਆਂ ਨਦੀਆਂ ਤਲਾ ਪੁਰਾਣਾ, ਸਿਰ 'ਤੇ ਗਠੜੀ ਭਾਰੀ। ਅਤੇ ਫਿਰ ਉੱਥੇ ਦੱਸਿਆ ਹੈ ਕਿ ਅਮਲਾਂ ਵਾਲੇ ਨੰਗ ਨੰਗ ਜਾਂਦੇ, ਡੁੱਬ ਗਈ ਔਗਣ ਯਾਰੀ। ਉਹ ਜਿਹੜੇ ਪਾਪਾਂ ਦੀਆਂ ਪੰਡਾਂ ਹੁੰਦੀਆਂ ਸਿਰ 'ਤੇ ਜੰਮ, ਉਹ ਭਾਰ ਰੱਖ ਦਿੰਦਾ। ਹੁਣ ਤਾਂ ਪਤਾ ਨਹੀਂ ਉਹ ਕੀ ਹੈ, ਉਦੋਂ ਪਤਾ ਲੱਗਣਾ ਹੈ। ਜਿਹੜੇ ਸਾਰਾ ਲੇਖਾ ਇਕੱਠਾ ਕਰਕੇ ਸਿਰ 'ਤੇ ਧਰ ਦਿੰਦੇ ਜੰਮ, ਅਤੇ ਕਹਿੰਦੇ ਤੁਰ। ਹੁਣ ਭਾਅ ਚੁੱਕ ਕੇ ਤੁਰਿਆ ਨਹੀਂ ਜਾਂਦਾ, ਫਿਰ ਉਹ ਮਾਰਦੇ ਹਨ। ਫਿਰ ਉਹਨਾਂ ਦੀ ਮਾਰ ਝੱਲਣੀ ਪੈਂਦੀ ਹੈ ਕਿ ਤੇਰਾ ਲੇਖਾ ਕੌਣ ਦੇਵੇ। ਇਸ ਕਰਕੇ ਉਹਦੇ ਗਾੜੀ ਬੇਨਤੀ ਕਰਨੀ ਚਾਹੀਦੀ, ਮਹਾਰਾਜ ਅਸੀਂ ਆਪਣੀ ਕਰਤੂਤ ਕਰਕੇ ਕਦੇ ਛੁੱਟ ਨਹੀਂ ਸਕਦੇ, ਅਤੇ ਤੂੰ ਕਿਰਪਾ ਕਰ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਮਹਾਰਾਜ ਚਿਰਾਂ ਦੇ ਵਿਛੜੇ ਹਾਂ, ਹੁਣ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈ। ਜਿਹੜਾ ਇਹ ਮੰਗਦਾ ਹੈ, ਜਿਹੜਾ ਮੰਗ ਕਰਦਾ, ਉਹਦੀ ਪੂਰੀ ਵੀ ਹੋ ਜਾਂਦੀ। ਅਸੀਂ ਅੰਦਰੋਂ ਇਹ ਮੰਗ ਕਰਦੇ ਨਹੀਂ, ਅੰਦਰ ਸਾਡੀ ਕੋਈ ਪਿੱਛੇ ਮੰਗ ਹੋਰ ਹੁੰਦੀ ਹੈ, ਬਾਹਰੋਂ ਕੁਝ ਹੋਰ ਮੰਗਦੇ ਹਾਂ, ਤਾਂ ਉਹ ਕਿਸੇ ਪਾਸੇ ਪੂਰੀ ਨਹੀਂ ਪੈਂਦੀ। ਜਿਨ੍ਹਾਂ ਮਨ ਚਿੱਤ ਕਰਕੇ ਉਹਨੂੰ ਯਾਦ ਕੀਤਾ ਹੈ, ਇੱਕਦਮ ਉਹਨਾਂ ਦੇ ਕੋਲ ਹਾਜ਼ਰ ਹੋ ਜਾਂਦਾ ਹੈ। ਉਹ ਤੁਹਾਨੂੰ ਤਾਂ ਕੋਈ ਖਤਮ ਵੀ ਕਰ ਦਿੰਦੇ ਤਾਂ ਵੀ ਖਤਮ ਨਹੀਂ ਹੁੰਦੇ, ਅਮਰ ਹੋ ਜਾਂਦੇ ਹਨ। ਉਹ ਮਰ ਕੇ ਵੀ ਮਰਦੇ ਨਹੀਂ। ਧੰਨ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਸਿਲੋਰਾ ਵਰਗੇ, ਉਹਨਾਂ ਨੂੰ ਕੌਣ ਖਤਮ ਕਰਨ ਵਾਲਾ ਹੈ? ਕਿਉਂਕਿ ਉਹਨਾਂ ਗੁਰੂ ਦੀ ਆਗਿਆ ਨੂੰ ਮੰਨ ਲਿਆ ਅਤੇ ਪਰਮੇਸ਼ਰ ਨਾਲ ਜੁੜ ਗਏ, ਅਤੇ ਪਰਮੇਸ਼ਰ ਦੀ ਤਾਕਤ ਉਹਨਾਂ ਵਿੱਚ ਹੈ, ਅਤੇ ਇਸ ਕਰਕੇ ਉਹ ਸਦਾ ਹੀ ਲੋਕ ਪਰਲੋਕ ਵਿੱਚ ਸਹੇਲੇ ਹਨ। ਗੁਰੂ ਪਿਆਰੀ ਸਾਧ ਸੰਗਤ ਦੇ ਨਾਲ ਹੀ ਅੱਜ ਦੀ ਵਿਚਾਰ ਦੀ ਇੱਥੇ 8 ਪਦਿਆਂ ਤੱਕ ਵਿਸਰਾਮਤਾ ਹੋ ਰਹੀ ਹੈ। ਮਹਾਰਾਜ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥਾ ਵਾਧਾ ਹੋਏ। ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦੇ ਆਇਆ। ਇਸ ਮੂਰਖ ਅਣਜਾਣ ਪਾਪੀ ਕੁਕਰ ਜੀਵ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ। ਔਗਣਾਂ ਨੂੰ ਨਾ ਚਿਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ। ਮਹਾਰਾਜ ਕਿਰਪਾ ਕਰਨ, ਧਰਮ ਦਾ ਪੰਥਾ ਵਾਧਾ ਕਰਨ, ਸੰਗਤਾਂ ਦੀ ਅੰਗ ਸੰਗ ਸਹਾਇਤਾ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।